अस्सलाम वालेकुम जी। वालेकुम सलाम। बॉस जी 5 ਦਿਨਾਂ 'ਚ ਪਨੀਰੀ ਕਿਵੇਂ ਤਿਆਰ ਹੁੰਦੀ? वाह भाई वाह। इंज इंज करके अल्लाह ताला दी जात तो बस करम मंगया करो। अल्लाह ताला दी जात जेड़ी ना वो करम रखे ना ते सारे काम ही हुंदे ने। ते अल्लाह ताला दी जात दा करम पहलों जरूरी है। हुण अगली गल ये आ कि मैं इत्थों तक तो तुहानूं दस चुकिया कि जेड़ी हाइब्रिड मुंजी दी पनीरी काश्त किवें करनी है। हुण काश्त करन तो बाद उहनूं तैयार किवें करना 5 ਦਿਨਾਂ 'ਚ। ਹੁਣ ਗੱਲ ਇਹ ਆ ਕਿ ਮੈਂ ਤਾਂ ਵੈਸੇ ਹੀ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਮੈਂ ਤਾਂ ਮੁੰਜੀ ਦਾ ਪ੍ਰੋਗਰਾਮ ਢਾਹ ਦਿੱਤਾ ਹੈ ਤੇ ਤੁਹਾਨੂੰ ਵੀ ਕਹਾਂਗਾ ਵੀ ਜਿਹੜਾ ਨਾ ਕੋਸ਼ਿਸ਼ ਕਰੋ ਕਿ ਜਿਹਨੇ 20 ਏਕੜ ਕਾਸ਼ ਕਰਨੀ ਸੀ ਉਹਨੂੰ 10 ਤੇ ਆ ਜਾਵੇ ਤਾਂ ਕਿ ਜਿਹੜਾ ਨਾ ਆਪਾਂ ਚੰਗੇ ਰਹਿ ਜਾਈਏ, ਆਪਣੀ ਇੱਜ਼ਤ ਤੇ ਯਾਰ ਰਹਿ ਜਾਵੇ। ਤੇ ਜੇ ਮੰਨ ਜਾਓਗੇ ਤੇ ਬੜੀ ਗੱਲ ਏ। ਲੇਕਿਨ ਹੁਣ ਮੈਂ ਚੂੰਕਿ ਕਾਸ਼ਤ ਨਹੀਂ ਕਰ ਰਿਹਾ ਤੇ ਇਸ ਵਜ੍ਹਾ ਤੋਂ ਮੈਨੂੰ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਹ ਦਿਖਾ ਕੇ ਚੀਜ਼ਾਂ ਸਾਰੀਆਂ ਬਣਾਉਣੀਆਂ ਸਨ। ਲੇਕਿਨ ਹੁਣ ਮਸਲਾ ਇਹ ਆ ਕਿ ਜ਼ਿਆਦਾਤਰ ਕਾਸ਼ਤਕਾਰ ਜਿਹੜਾ ਨਾ ਜਨੂਬੀ ਪੰਜਾਬ ਦੇ ਏਰੀਏ ਦੇ ਵਿੱਚ ਕਾਸ਼ਤ ਸ਼ੁਰੂ ਹੋਏ ਔਰ ਸਾਡਾ ਥੋੜਾ ਜਿਹਾ ਅਸੀਂ ਚੂੰਕਿ ਕਾਸ਼ਤ ਕਰ ਵੀ ਨਹੀਂ ਰਹੇ ਔਰ ਸਾਡੇ ਏਰੀਏ ਦੇ ਵਿੱਚ ਵੈਸੇ ਵੀ ਜਿਹੜਾ ਨਾ ਉਹ ਕਾਸ਼ਤਕਾਰ ਆਈਏ ਲੇਟ ਹੈ। ਠੀਕ ਹੈ, ਇਸ ਵਜ੍ਹਾ ਤੋਂ ਹੁਣ ਮੈਨੂੰ ਨਾ ਜ਼ਬਾਨੀ ਕਲਾਮੀ ਦੱਸਣਾ ਪਏਗਾ ਤੇ ਕਾਪੀ ਪੈਨਸਲ ਨਾਲ ਫੜ ਕੇ ਕੋਲ ਰੱਖ ਲਓ। ਇਹ ਹੁੰਦੇ ਨੇ ਟੋਟਕੇ, ਤੇ ਜੇ ਟੋਟਕੇ ਤੁਹਾਨੂੰ ਆ ਜਿਹੜੇ ਲਗੇ ਫਿਰਦੇ ਨੇ ਨਾ ਵੱਡੇ ਡਾਕਟਰ ਬਣੇ ਕੰਪਨੀਆਂ ਨੇ ਰੱਖੇ ਨੇ, ਇਹ ਜੇ ਤੁਹਾਨੂੰ ਦੱਸ ਜਾਣ ਇਹ ਟੋਟਕੇ ਤੇ ਇਹ ਚੀਜ਼ਾਂ ਤੁਹਾਨੂੰ ਦੱਸ ਜਾਣ, ਜਿਹਨੂੰ ਮਰਜ਼ੀ ਬੁਲਾ ਲਿਆ ਇਹ ਕੰਪਨੀ ਦੇ ਸੇਲ ਅਫਸਰ ਨੂੰ ਤੇ ਭਾਵੇਂ ਕਿਸੇ ਡੀਲਰ ਨੂੰ ਵੀ। ਠੀਕ ਹੈ, ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਅਗਰ ਤੁਸੀਂ ਉਹਦੇ ਤੇ ਮੰਨੋਆਨ ਅਮਲ ਕਰੋਗੇ ਤਾਂ ਇਨਸ਼ਾਅੱਲਾ ਤਾਲਾ ਉਹ 100% ਜਿਹੜੀ ਨਾ ਉਹ ਸਾਬਤ ਹੋਵੇਗੀ। ਪਨੀਰੀ ਦੇ ਵਿੱਚ ਜਿਸ ਟਾਈਮ ਪਨੀਰੀ ਦਾ ਬੀਜ ਦਾ ਛਟਾ ਦੇ ਕੇ ਅਸੀਂ ਉਹਦੇ ਉੱਤੇ ਰੂੜੀ ਦਾ ਛਟਾ ਦੇ ਕੇ ਪੂਰਨ ਦਾ ਅਸੀਂ ਉਹਦੇ ਵਿੱਚ 24 ਘੰਟੇ ਪਾਣੀ ਖਿਲਾਰ ਦਿੱਤਾ ਹੈ। 24 ਘੰਟੇ ਪਾਣੀ ਖਿਲਾਰਨ ਤੋਂ ਬਾਅਦ ਅਸੀਂ ਜਿਹੜਾ ਨਾ ਉਹਨੂੰ ਡਰਾਈ ਹੋਣ ਦੇਣਾ, ਖੁਸ਼ਕ ਹੋਣ ਦੇਣਾ। ਔਰ ਇਹ ਜਿਹੜਾ 24 ਘੰਟੇ ਵਾਲਾ ਸਿਸਟਮ ਹੈ ਇਹ ਬਿਲਕੁਲ 24 ਘੰਟੇ ਹੋਣਾ ਚਾਹੀਦਾ। 1-2 ਘੰਟਿਆਂ ਦਾ ਅੱਗਾ ਪਿੱਛਾ ਹੋ ਜਾਂਦਾ ਹੈ। ਤੇ ਇਹ ਮੈਂ ਗੱਲ ਹਾਈਬ੍ਰਿਡ ਦੀ ਕਰਨ ਲੱਗਾ, ਫਿਰ ਮੈਂ ਨਾਲ ਵਿੱਚ ਦੂਸਰੀਆਂ ਮੁੰਜੀਆਂ ਦੀ ਵੀ ਕਰਾਂਗਾ। ਲੇਕਿਨ ਜ਼ਿਆਦਾਤਰ ਚੀਜ਼ਾਂ ਉਹ ਹੀ ਨੇ ਜਿਹੜੀਆਂ ਸਭ ਲਈ ਇੱਕੋ ਹੀ ਨੇ, ਸਿਰਫ ਥੋੜਾ ਜਿਹਾ ਫਰਟੀਲਾਈਜ਼ਰ ਦਾ ਫਰਕ ਪਾਉਣਾ ਬਸ, ਹੋਰ ਕੁਝ ਵੀ ਨਹੀਂ ਹੈਗਾ। ਬਾਕੀ ਸਭ ਚੀਜ਼ਾਂ ਉਹ ਹੀ ਨੇ। ਹੁਣ 24 ਘੰਟੇ ਬਾਅਦ 24 ਘੰਟੇ ਪਾਣੀ ਖੜਾ ਕਰਕੇ ਉਸ ਪਾਣੀ ਦੀ ਨਵੀਅਤ ਨਾਲ, ਉਸ ਵੱਤਰ ਦੀ ਨਵੀਅਤ ਨਾਲ ਤੁਸੀਂ ਉਹਨੂੰ ਨਾ ਜ਼ਮੀਨ ਨੂੰ ਥੋੜਾ ਜਿਹਾ ਸਫੈਦ ਕਰਨਾ ਹੈ, ਯਾਨੀ ਕਿ ਜਰਮੀਨੇਸ਼ਨ ਦਾ ਤੁਸੀਂ ਵੇਟ ਕਰਨਾ ਹੈ। ਜਿਸ ਟਾਈਮ ਜਰਮੀਨੇਸ਼ਨ ਤੁਹਾਨੂੰ ਮਹਿਸੂਸ ਹੋਵੇ ਕਿ ਜਰਮੀਨੇਸ਼ਨ ਹੋ ਗਈ ਹੈ, ਕੋਈ ਥੋੜਾ ਬਹੁਤਾ ਢਾਹ ਰਹਿ ਗਿਆ, ਜਾਂ ਮਹਿਸੂਸ ਹੋਵੇ ਕਿ ਜਿਹੜਾ ਨਾ ਪੌਦਾ ਚੋਂ ਖਾੜ ਕੇ ਵੇਖ ਲੈਣਾ ਹੈ, ਕਿ ਮਹਿਸੂਸ ਹੋਵੇ ਕਿ ਪੌਦਾ ਜਿਹੜਾ ਨਾ ਆਈਏ ਜੜ ਨਹੀਂ ਲਾਈ ਤੇ ਇਹਨੂੰ ਨਮੀ ਦੀ ਜ਼ਰੂਰਤ ਹੈ, ਧੁੱਪ ਵਗੈਰਾ ਦੀ ਵਜ੍ਹਾ ਤੋਂ ਕਿਸੇ ਜਗ੍ਹਾ ਤੇ ਇਹਦੇ ਤੇ ਪ੍ਰੋਬਲਮ ਨਾ ਆਵੇ, ਨਹੀਂ ਆਣੀ ਚਾਹੀਦੀ। ਉਸ ਸੂਰਤ ਹਾਲ ਦੇ ਮੁਤਾਬਕ ਜ਼ਿਆਦਾਤਰ ਉਹ 2 ਜਾਂ 3 ਦਿਨ ਵਿੱਚ ਪੈਂਦੇ ਨੇ। ਉਹ ਸੂਰਤ ਹਾਲ ਦੇ ਮੁਤਾਬਕ ਜੋ 2-3 ਦਿਨ ਪੈ ਜਾਣਗੇ ਨਾ, ਉਸ ਟਾਈਮ ਜਿਹੜਾ ਪਾਣੀ ਲਾਣਾ ਹੈ ਨਾ ਉਹ ਤੁਸੀਂ ਪਾਣੀ ਲਾਣਾ। ਪਾਣੀ ਹਮੇਸ਼ਾ ਹੁਣ ਇਸ ਤੋਂ ਅੱਗੇ ਜਿੰਨੇ ਲਾਣੇ ਨੇ ਉਹ ਸ਼ਾਮ ਟਾਈਮ ਲਾਣੇ ਨੇ। ਸ਼ਾਮ ਟਾਈਮ ਜਾਣਾ ਹੈ ਇਸ ਟਾਈਮ ਡੀਗਰ ਵੇਲੇ ਤੇ ਪਾਣੀ ਲਾਣਾ। ਉਹ ਤਰੀਕਾ ਦੱਸਾਂਗਾ ਕਿਵੇਂ ਲਾਣਾ ਹੈ। ਹੁਣ ਮਹਿਸੂਸ ਹੋਇਆ ਕਿ ਜਰਮੀਨੇਸ਼ਨ ਹੋ ਗਈ ਏ, ਜਰਮੀਨੇਸ਼ਨ ਪ੍ਰਾਪਰ ਹੋ ਗਈ ਏ, ਅਸੀਂ ਇੱਥੇ ਇੱਕ ਪਾਣੀ ਹਲਕਾ ਜਿਹਾ ਹੋਰ ਦਿਆਂਗੇ। ਹਲਕਾ ਜਿਹਾ ਮਤਲਬ ਬਸ ਇੰਜ ਪਾਣੀ ਫਿਰਿਆ ਜਾਂ ਅਸੀਂ ਪਾਣੀ ਲਾਵਾਂਗੇ ਤੇ ਉਸ ਤੋਂ ਬਾਅਦ ਫੌਰਨ ਬਾਅਦ ਪਾਣੀ ਕੱਢ ਦਿਆਂਗੇ। ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ ਅਸੀਂ 1 ਦਿਹਾੜੀ ਵਕਫਾ ਦੇਵਾਂਗੇ। 1 ਦਿਹਾੜੀ ਵਕਫਾ ਦੇ ਕੇ ਤੇ ਹੁਣ ਜਿਹੜਾ ਨਾ ਆਪਣੀ ਮਸ਼ੀਨੀ ਕੰਮ ਸ਼ੁਰੂ ਹੋ ਗਿਆ। ਹੁਣ ਆਪਾਂ ਕੀ ਕਰਨਾ, ਪਨੀਰੀ ਕਾਕਾ ਐਵੇਂ ਨਹੀਂ ਤਿਆਰ ਹੁੰਦੀ, ਇਹ ਛੋਟੇ ਬੱਚੇ ਤਰ੍ਹਾਂ ਇਹਨੂੰ ਸਾਂਭਣਾ ਪੈਂਦਾ ਹੈ। ਜੇ ਇਹਦੇ ਤੋਂ ਪੂਰਾ ਰਿਜ਼ਲਟ ਲੈਣਾ ਹੋਵੇ ਤੇ ਉਹ ਪਨੀਰੀ ਦਾ ਕੀ ਸਵਾਦ ਹੋਇਆ ਵੀ ਜਿਹੜਾ ਤੁਸੀਂ ਜਿਹੜਾ ਨਾ ਤੁਹਾਡਾ ਕਿੱਲਾ ਹੀ 7 ਕਿਲੋਆਂ ਨਾਲ ਲੱਗੇ। ਤੇ ਜਿਹੜਾ ਮੈਂ ਤਰੀਕਾ ਦੱਸਾਂਗਾ ਅਗਰ ਤੁਸੀਂ ਇਹਦੇ ਤੇ ਮੰਨੋਆਨ ਅਮਲ ਕਰੋਗੇ ਤੇ ਇਨਸ਼ਾਅੱਲਾ ਤਾਲਾ ਤੁਹਾਡਾ 4 ਕਿਲੋ 'ਚ ਵੀ ਕਿੱਲਾ ਲੱਗੇਗਾ। ਅੱਛਾ, ਉਸ ਤੋਂ ਬਾਅਦ ਅੱਗੇ ਅਸੀਂ ਆ ਗਏ। 1 ਦਿਨ ਦਾ ਵਕਫਾ ਦੇਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਤਕਰੀਬਨ 1 ਪਾਈਆ ਯੂਰੀਆ ਫੀ ਮਰਲਾ, 1 ਪਾਈਆ ਯੂਰੀਆ ਫੀ ਮਰਲਾ ਅਸੀਂ ਜਿਹੜੀ ਨਾ ਇਹਦਾ ਛਟਾ ਦੇ ਦੇਣਾ ਹੈ। ਇਹਦਾ ਛਟਾ ਦੇ ਕੇ ਤੇ ਨਾਲ ਅਸੀਂ ਜਿਹੜਾ ਨਾ ਕੋਈ ਕਹਿ ਲਓ ਕਿ ਤੁਸੀਂ ਕੋਈ 10 ਮਰਲਿਆਂ ਦੀ ਜਿਹੜੀ ਨਾ ਹੋ ਜਾਏ, 5 ਮਰਲਿਆਂ ਦੀ ਪਾਈਆ ਜਿਹੜੀ ਨਾ ਉਹ ਤੁਹਾਡੀ ਜ਼ਿੰਕ ਹੋ ਜਾਵੇ। ਉਹ ਤੁਸੀਂ ਯੂਰੀਆ ਤੇ ਇਹ ਜ਼ਿੰਕ ਇਹ ਦੋਵੇਂ ਉਹਨੂੰ ਛਟਾ ਦੇ ਕੇ ਪਨੀਰੀ ਨੂੰ ਤੇ ਪਾਣੀ ਫੇਰ ਦੇਣਾ। ਤੇ ਪਾਣੀ ਬਿਲਕੁਲ ਪਤਲਾ ਫੇਰਨਾ ਤੇ ਪਿਛਲੇ ਟਾਈਮ ਫੇਰਨਾ ਹੈ। ਠੀਕ ਹੈ, ਤੇ ਸਵੇਰੇ ਜਾਣਾ ਹੈ ਤੇ ਜੇ ਪਾਣੀ ਫਿਰ ਵੀ ਖੜਾ ਹੋਵੇ ਤੇ ਪਾਣੀ ਕੱਢ ਦੇਣਾ, ਟੈਨਸ਼ਨ ਫਰੀ ਹੋ ਜਾਣਾ ਹੈ। ਫਿਰ ਜਨਾਬ ਅਗਲੀ ਸ਼ਾਮ ਨੂੰ ਕੀ ਕਰਨਾ ਹੈ, ਅਗਲੀ ਡੀਗਰ ਨੂੰ ਫਿਰ ਲੱਗੇ ਜਾਣਾ ਹੈ ਤੇ ਪਾਣੀ ਫੇਰ ਕੇ ਤੇ ਫਿਰ ਆ ਜਾਣਾ ਹੈ। ਪਾਣੀ ਫੇਰ ਕੇ ਤੇ ਕੱਢ ਦੇਣਾ ਹੈ। ਹੁਣ ਆਪਾਂ ਪਾਣੀ ਫੇਰ ਕੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪਾਣੀ ਫੇਰਿਆ, ਪਾਣੀ ਹਰ ਜਗ੍ਹਾ ਤੇ ਫਿਰ ਗਿਆ, ਅਸੀਂ ਉਹਨੂੰ ਕੱਢ ਦਿੱਤਾ। ਠੀਕ ਹੈ, ਫਿਰ 1 ਵਕਫਾ ਦਿੱਤਾ ਹੈ। ਫਿਰ 1 ਵਕਫੇ ਤੋਂ ਬਾਅਦ ਯਾਨੀ ਕਿ 2-3 ਦਿਨ ਅਸੀਂ ਰੂਟੀਨ ਨਾਲ ਕੰਮ ਕਰ ਰਹੇ ਹਾਂ, ਰੋਜ਼ਾਨਾ ਪਾਣੀ ਦੇ ਰਹੇ ਹਾਂ। ਅਗਰ ਪਨੀਰੀ ਜਨਾਬ 18 ਦਿਨਾਂ 'ਚ ਵੀ ਤਿਆਰ ਹੋ ਜਾਂਦੀ ਹੈ। ਜਿਹੜਾ ਤੀਜੇ ਅਗਰ ਇਹਦੇ ਤੇ ਮੰਨੋਆਨ ਅਮਲ ਕਰੋ
ਹੁਣ ਇੱਥੇ ਆ ਕੇ ਜਿੱਥੇ ਜਿਹੜੀ ਪਿਛਲੀ ਗੱਲ ਯੂਰੀਆ ਦੀ ਦਸੀ ਏ ਉਹ ਇੱਥੋਂ ਤੱਕ ਸਾਰੇ ਬੀਆਂ ਲਈ ਸੇਮ ਜਿਹੜਾ ਮਰਜ਼ੀ ਬੀ ਹੋਵੇ, ਠੀਕ ਹੋ ਗਿਆ। ਇਸ ਤੋਂ ਅੱਗੇ ਜਦੋਂ ਤੁਹਾਡੀ 2-3 ਦਿਨ ਦਾ ਵਕਫਾ ਫੇਰ ਪਾ ਕੇ ਤੁਸੀਂ ਫੇਰ ਯੂਰੀਆ ਇਸਤੇਮਾਲ ਕਰਨੀ ਹੈ ਨਾ, ਤੇ ਓਨੀ ਹੀ ਯੂਰੀਆ ਤੁਸੀਂ ਫੇਰ ਇਸਤੇਮਾਲ ਕਰਨੀ ਹੈ ਫੀ ਮਰਲਾ ਦੂਸਰੀ ਦਫਾ। ਲੇਕਿਨ ਅਗਰ ਤੁਹਾਡੀ ਪਨੀਰੀ ਹਾਈਬ੍ਰਿਡ ਮੁੰਜੀ ਦੀ ਕਿਸੇ ਵੈਰਾਈਟੀ ਤੋਂ ਇਲਾਵਾ ਕੋਈ ਹੋਰ ਬੀਜ ਏ ਤੇ ਤੁਸੀਂ ਜਿਹੜੀ ਇਹਦੀ ਮਿਕਦਾਰ ਹੈ ਨਾ ਯੂਰੀਆ ਦੀ ਇੱਥੇ ਅੱਧੀ ਕਰ ਦੇਣੀ ਹੈ, ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ 2 ਦਿਨ ਦਾ ਵਕਫਾ ਦੇਣਾ ਹੈ ਫਰਟੀਲਾਈਜ਼ਰ ਤੋਂ। 2 ਦਿਨ ਦਾ ਵਕਫਾ ਦੇ ਕੇ ਉਹ 2 ਦਿਨ ਵੀ ਪਾਣੀ ਜ਼ਰੂਰ ਫੇਰਨਾ ਹੈ। ਪਾਣੀ ਵਾਲਾ ਕੰਮ ਤੁਹਾਡਾ ਪੱਕਾ ਲੱਗ ਗਿਆ, ਡਿਊਟੀ ਲੱਗ ਗਈ ਤੇ ਪਾਣੀ ਫੇਰ ਕੇ ਤੇ ਪਾਣੀ ਕੱਢ ਦੇਣਾ ਹੈ। ਫਿਰ ਅਗਲੇ ਦਿਨ ਪਿਛਲੇ ਟਾਈਮ ਪਾਣੀ ਫੇਰ ਕੇ ਤੇ ਪਾਣੀ ਕੱਢ ਦੇਣਾ ਹੈ, ਠੀਕ ਹੋ ਗਿਆ। ਉਸ ਤੋਂ ਬਾਅਦ ਫਿਰ 3-4 ਦਿਨ ਹੋ ਜਾਣਗੇ, ਫਿਰ ਜਨਾਬ ਤੁਸੀਂ ਉਨੀ ਦੇਰ ਨੂੰ ਤਕਰੀਬਨ ਮੁੰਜੀ ਦੀ ਜਿਹੜੀ ਪਨੀਰੀ ਹੈ ਨਾ ਉਹ 11 ਤੋਂ 12 ਦਿਨਾਂ ਦੀ ਹੋ ਜਾਏਗੀ। ਉਹ 11 ਤੋਂ 12 ਦਿਨਾਂ ਦੀ ਜਦੋਂ ਹੋ ਜਾਏਗੀ ਨਾ, ਉਸ ਟਾਈਮ ਨਾ ਇੰਨੀ ਕਿ ਕਿਤੇ ਗੁੱਠ 'ਚ ਪਈ ਹੋਵੇ ਦਾਣੇਦਾਰ, ਉਹ ਦਾਣੇਦਾਰ ਕੱਢ ਲੈਣੀ, ਜ਼ਹਿਰ ਦਾਣੇਦਾਰ ਜ਼ਹਿਰ। ਉਹਨੂੰ ਕਿਸੇ ਪਾਣੀ ਦੇ ਵਿੱਚ ਹੱਲ ਕਰਕੇ ਅੱਛੇ ਤਰੀਕੇ ਨਾਲ ਉਹਨੂੰ ਰਾਤ ਭੇਜ ਦੇਣਾ ਹੈ। ਉਹਨੂੰ ਹੱਲ ਕਰਕੇ ਜਿਸ ਸੁਬਾਹ ਉਹਦਾ ਪਾਣੀ ਕੱਢ ਕੇ ਤੇ ਉਹ ਟੈਂਕੀ 'ਚ ਪਾ ਲੈਣਾ ਤੇ ਉਹਦੀ ਸਪਰੇਅ ਕਰਨੀ ਹੈ। ਔਰ ਉਹ ਜਿਹੜੀ ਉਹ ਤੁਸੀਂ ਦਾਣੇਦਾਰ ਕੋਈ ਵੀ ਅੱਛੀ ਜਿਹੜੀ ਦਾਣੇਦਾਰ ਹੈ ਉਹ ਇਸਤੇਮਾਲ ਕਰਨੀ। ਉਹ ਜਿਹੜੀ ਦਾਣੇਦਾਰ ਹੈ ਉਹਦੀ ਮਿਕਦਾਰ ਕਿੰਨੀ ਹੋਣੀ ਚਾਹੀਦੀ ਹੈ? ਤਕਰੀਬਨ ਜਿਹੜੀ ਨਾ ਉਹ ਕਹਿ ਲਓ ਕਿ 100 ਗ੍ਰਾਮ ਤਕਰੀਬਨ ਕਹਿ ਲਓ ਬਈ 5 ਮਰਲਿਆਂ ਲਈ, 100 ਤੋਂ 150 ਗ੍ਰਾਮ 5 ਮਰਲਿਆਂ ਲਈ। ਇਹ ਵੀ ਕੁਲੀਆ ਜ਼ਿਹਨ 'ਚ ਰੱਖ ਲਓ। ਅੱਛਾ, ਉਸ ਤੋਂ ਬਾਅਦ ਫਿਰ ਕੀ ਉਹਦੀ ਸਪਰੇਅ ਕਰਨੀ। ਇਹ ਸਪਰੇਅ ਕਰਨ ਤੋਂ ਬਾਅਦ ਫੌਰਨ ਫੇਰ ਨਾ ਪਾਣੀ ਲਾਣਾ ਜਿਵੇਂ ਅੱਗੇ ਲਾਣੇ ਆ। ਤੇ ਅਸੀਂ ਜਿਹੜੀ ਨਾ ਅਗਰ ਹਾਈਬ੍ਰਿਡ ਤੇ ਪਾਇਆ ਜਿਹੜੀ ਨਾ ਉਹ ਯੂਰੀਆ ਫੀ ਮਰਲਾ, ਤੇ ਅਗਰ ਦੂਸਰੀ ਕੋਈ ਆਮ ਵੈਰਾਈਟੀ ਹੈ ਤੇ ਅੱਧ ਪਾ ਫੀ ਮਰਲਾ। ਫਿਰ ਅਸੀਂ ਇਵੇਂ ਹੀ ਉਹ ਜਿਹੜੀ ਨਾ ਪੂਣ ਜ਼ਿੰਕ ਜ਼ੁੰਕ ਕੋਈ ਹੋਰ ਸ਼ੈ ਨਹੀਂ ਪਾਣੀ, ਇਹਨੂੰ ਪਾਣੀ ਫਿਰ ਲਾ ਦੇਣਾ। ਉਂਝ ਹੀ ਫਿਰ 2 ਦਿਨ ਪਾਣੀ ਲਾਣਾ। ਫਿਰ ਇੱਕ ਜਿਹੜੀ ਨਾ ਉਹ ਖਾਦ ਪਏਗੀ, ਇਸੇ ਤਰ੍ਹਾਂ ਹੀ ਪਾਣੀ ਲਾ ਕੇ ਖਾਦ ਪਾ ਦੇਣੀ 2-3 ਦਿਨ ਦਾ ਵਕਫਾ ਲੈ ਕੇ। ਤੇ ਉਹ ਜਿਹੜੀ ਖਾਦ ਹੈ ਉਹ ਸਮਝ ਲਓ ਕਿ ਆਖਰੀ ਹੋਵੇਗੀ। ਅਗਰ ਆਖਰੀ ਨਾ ਹੋਈ ਤੇ ਇਸ ਤੋਂ ਅਗਲੀ ਖਾਦ ਆਖਰੀ ਹੋਵੇਗੀ, ਠੀਕ ਹੋ ਗਿਆ ਨਾ। ਤੇ ਉਹ ਇੱਥੇ ਹੁਣ ਪਨੀਰੀ ਇਨਸ਼ਾਅੱਲਾ ਤਾਲਾ ਅਗਰ ਤੁਸੀਂ ਇਹਦੇ ਤੇ ਮਨੋਆਨ ਅਮਲ ਕਰੋਗੇ ਤੇ ਪਨੀਰੀ ਤੁਹਾਡੀ ਤਿਆਰ ਹੈ। ਥੱਲੇ DAP ਤੁਹਾਡੀ ਅੱਧੀ ਬੋਰੀ ਅੱਧਾ ਕਿਲੋ ਫੀ ਜਿਹੜੀ ਨਾ ਮਰਲਾ ਤੁਹਾਡੀ DAP ਹੋਣੀ ਚਾਹੀਦੀ ਜਿਸ ਟਾਈਮ ਤੁਸੀਂ ਬੀਜ ਛਟਾ ਦਿੰਦੇ ਜੀ। ਇਹ ਉਸ ਤਰੀਕੇ ਦੇ ਵਿੱਚ ਜਿਸ ਤਰੀਕੇ ਦੇ ਵਿੱਚ ਤੁਸੀਂ ਜਿਹੜਾ ਨਾ ਬਈ ਕਰਦੇ ਜੇ ਇਹਦੇ ਯਾਨੀ ਕਿ ਭਗਾਉਂਦੇ ਨਹੀਂ ਬੀਜ ਨੂੰ, ਤੁਸੀਂ ਵੈਸੇ ਸੁੱਕਾ ਜਿਹੜਾ ਨਾ ਉਹ ਕਾਸ਼ ਕਰਦੇ ਜੀ ਉਸ ਤਰੀਕੇ 'ਚ ਪਹਿਲਾਂ ਜਿਹੜਾ 24 ਘੰਟਿਆਂ ਵਾਲੀ ਪਾਣੀ ਵਾਲੀ ਸ਼ਰਤ ਹੈ। ਤੇ ਹੁਣ ਇਨਸ਼ਾਅੱਲਾ ਤਾਲਾ ਇਹਨੂੰ ਇਸਤੇਮਾਲ ਕਰੋ ਕੁਲੀਏ ਨੂੰ, ਪਰ ਇਹਦੇ 'ਚ ਫਰਕ ਨਹੀਂ ਪਾਣਾ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਪੂਰੀ ਪਾਬੰਦੀ ਦੇ ਨਾਲ ਡਿਊਟੀ ਦੇ ਨਾਲ ਇਹ ਸਾਰੀਆਂ ਕਰਨੀਆਂ ਤੇ ਇਨਸ਼ਾਅੱਲਾ ਤਾਲਾ ਫਿਰ ਚੱਸ ਵੀ ਆਵੇਗੀ। ਤੁਸੀਂ ਵੇਖੋਗੇ ਵੀ 20 ਦਿਨਾਂ ਦੇ ਵਿੱਚ ਵੀ ਪਨੀਰੀ ਤਿਆਰ ਹੋ ਸਕਦੀ। ਅਸੀਂ ਤਾਂ 5 ਦੀ ਗੱਲ ਕਰਨੇ ਆ। ਤੇ ਇਜਾਜ਼ਤ ਦਿਓ, ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਬਹੁਤ ਜ਼ਿੰਦਾਬਾਦ।